गुर की महिमा अगम है, क्या कथे कथन हार। जितड़े फल मन बांछिए, तितड़े सतगुर पास। पूरब लिखे पावने, सच नाम दे रास। सतगुर सरनी आया, बहुड़ नहीं विनाश। हर नानक कदे ना विसरो, एहो जियो पिंड तेरा रास। वाहेगुरु साहिब जी। श्री राग महला तीजा। सहजे नो सब लोचदी, बिन गुर पाया ना जाए। पढ़ पढ़ पंडित जोत की, थके भेखी भरम भुलाए। गुर भेटे सहज पाया, अपनी किरपा करे रजाए। भाई रे गुर बिन सहज ना होए, सबदे हीते सहज उपजे। हर पाया सच सोए रहाओ, सहजे गाविया थाए पवै। बिन सहजे कथनी बाद, सहजे ही भगत उपजै। सहज प्यार बैराग, सहजे ही ते सुख शांत होए। बिन सहजे जीवन बाद, सहज सलाही सदा सदा। सहज समाध लगाए, सहजे ही गुण उचरै। भगत करे लिवलाए, सबदे ही हर मन वसै। रसना हर रस खाए, सहजे काल विडारिया। सच सरनाई पाए, सहजे हर नाम मन वसिया। सच्ची कार कमाए, सेवट भागी जिनी पाया। सहजे रहे समाए, माया विच सहज ना उपजै। माया दूजै भाए, मन मुख कर्म कमावणे। हਉ मैं जलै जलाए, जम्मन मरण ना चूकी। फिर आवै जाए, त्रिहो गुणा विच सहज ना पाईऐ। त्रै गुण भरम भुलाए, पढ़िए गुणिए क्या कथिए। जा मुंड हो कुत्था जाए, चौथे पद में सहज है। गुरमुख पल्लै पाए, निर्गुण नाम निदान है। सहजे सोजी होए, गुणवंती सालाहया। सच्चे सच्ची सोए, भुलिया सहज मिलाए सी। शबद मिलावा होए, बिन सहजे सब अंध है। माया मोह गुबार, सहजे ही सोझी पई।
ਸਚੈ ਸ਼ਬਦ ਅਪਾਰ, ਆਪੇ ਬਖਸ਼ ਮਿਲਾਇਣ, ਪੂਰੇ ਗੁਰ ਕਰਤਾਰ। ਸਹਿਜੇ ਆਦਿਸ਼ਟ ਪਛਾਣੀਐ, ਨਿਰਭਉ ਜੋਤ ਨਿਰੰਕਾਰ। ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਨ ਹਾਰ। ਪੂਰੇ ਸ਼ਬਦ ਸਲਾਹੀਐ, ਜਿਸ ਦਾ ਅੰਤ ਨਾ ਪਾਰਾਵਾਰ। ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰੇ ਵਾਪਾਰ। ਅਨ ਦਿਨ ਲਾਹਾ ਹਰ ਨਾਮ ਲੈਣ, ਅਖੁੱਟ ਭਰੇ ਭੰਡਾਰ। ਨਾਨਕ ਟੋਟ ਨ ਆਵਈ, ਦੀਏ ਦੇਵਨ ਹਾਰ। ਨਾਨਕ ਟੋਟ ਨ ਆਵਈ, ਦੀਏ ਦੇਵਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਵਿੱਚ ਸੱਜ ਬੈਠੇ, ਜੁੜ ਬੈਠੇ, ਮਿਲ ਬੈਠੇ ਗੁਰੂ ਪਿਆਰਿਓ, ਵੱਡਿਆਂ ਭਾਗਾਂ ਵਾਲੇ ਜੀਵ ਤੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਜੁੜ ਬੈਠਣ ਦਾ ਸੁਹਾਵਣਾ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਦੀ ਵਿਚਾਰ, ਸਤਿਗੁਰੂ ਸਾਹਿਬ ਜੀ ਦੇ 68 ਅੰਕ ਦੇ ਉੱਤੇ ਸ੍ਰੀ ਰਾਗ ਦੇ ਵਿੱਚ ਸ੍ਰੀ ਰਾਗ ਮਹੱਲਾ ਤੀਜਾ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਨਿਆਸਰਿਆਂ ਦੇ ਆਸਰੇ। ਸੱਚੇ ਪਿਤਾ ਧੰਨ ਧੰਨ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਤੋਂ ਮੁਬਾਰਕ ਰਸਨਾ ਤੋਂ ਬਖਸ਼ਿਆ ਹੋਇਆ ਇਲਾਹੀ ਪ੍ਰਮਾਣ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਜਿਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਸਾਰੇ ਸ਼ਬਦ ਦਾ ਜੋ ਧੁਰਾ ਹੈ ਰਹਾਉ ਦੀ ਪੰਕਤੀ, ਉਹਦੇ ਵਿੱਚ ਸਾਨੂੰ ਆਪਣੇ ਭਰਾ ਕਹਿ ਕੇ ਆਖਿਆ ਹੈ, ਭਾਈ ਰੇ ਗੁਰਬਿਨ ਸਹਿਜ ਨਾ ਹੋਏ। ਕਿ ਜਿਹੜੀ ਸਹਿਜ ਅਵਸਥਾ ਹੈ ਉਹ ਗੁਰੂ ਤੋਂ ਬਿਨਾ ਨਹੀਂ ਮਿਲ ਸਕਦੀ, ਔਰ ਸਹਿਜ ਅਵਸਥਾ ਤੋਂ ਬਿਨਾ ਪਰਮੇਸ਼ਰ ਵਾਹਿਗੁਰੂ ਨਾਲ ਮਿਲਾਪ ਨਹੀਂ ਹੋ ਸਕਦਾ। ਔਰ ਇਹ ਜਿਹੜਾ ਮਾਨਸ ਜਨਮ ਹੈ, ਇਹਦਾ ਪਾਉਣ ਦਾ ਮਤਲਬ ਹੀ ਇਹ ਆ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਾਪ ਕਰਨਾ। ਇਹ ਹਰ ਇੱਕ ਜੀਵ ਦਾ ਉਸ ਵਾਹਿਗੁਰੂ ਦੇ ਨਾਲ ਵਾਅਦਾ ਹੈ ਕਿ ਜੇ ਤੂੰ ਮੈਨੂੰ ਮਾਨਸ ਜਨਮ ਦੇਵੇਂ ਤੇ ਮੈਂ ਤੇਰੀ ਗੁਰੂ ਦੀ ਸੰਗਤ 'ਚ, ਸਤ ਸੰਗਤ 'ਚ ਬੈਠ ਕੇ ਤੈਨੂੰ ਜਪਾਂਗਾ, ਔਰ ਜਪਣ ਦੇ ਨਾਲ ਤੇਰੀ ਸੰਗਤ 'ਚ ਆਉਣ ਦੇ ਨਾਲ ਤੂੰ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮਿਲਾ ਲੈ। ਜੋ ਵੀ ਜੀਵ ਇਸ ਦੁਨੀਆ ਤੇ ਆਇਆ ਹੈ, ਇਲਾਹੀ ਬਾਣੀ ਦਾ ਫਰਮਾਨ ਹੈ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਹਾ ਗਰਭਾਸ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਉੱਠਾ ਲਟਕਦਾ ਹੋਇਆ ਉਸ ਮਾਲਕ ਦੇ ਅੱਗੇ ਉਸ ਕਾਲ ਕੋਠੜੀ ਦੇ ਦੁੱਖ ਨੂੰ ਮਹਿਸੂਸ ਕਰਕੇ ਅਰਦਾਸ ਕਰਦਾ ਸੀ। ਤੇਰੀ ਉਹ ਅਰਦਾਸ ਇੰਨੀ ਲਿਵ ਜੋੜ ਕੇ ਸੀ ਕਿ ਤੈਨੂੰ ਆਪਣੇ ਇਸ ਲੋਥੜੇ ਦੀ ਹੋਣ ਦਾ ਕੋਈ ਮਾਣ ਨਹੀਂ ਸੀ, ਬਲਕਿ ਤੈਨੂੰ ਇਹਦੀ ਸੋਝੀ ਨਹੀਂ ਸੀ, ਤੇਰੀ ਇੰਨੀ ਲਿਵ ਜੁੜ ਗਈ ਸੀ। ਰੇ ਨਾਰ ਗਰਭ ਕੁੰਡਲ ਜਬ ਆਸ਼ਤ ਉਰਦ ਧਿਆਨ ਲਿਵ ਲਾਗਾ। ਮਿਰਤਕ ਪਿੰਡ ਪਦ ਮਦ ਨਾ ਅਹਨਸ ਇੱਕ ਅਗਿਆਨ ਸੋ ਲਾਗਾ। ਜਿਵੇਂ ਇੱਕ ਮਿਰਤਕ ਸਰੀਰ ਹੁੰਦਾ, ਤੈਨੂੰ ਇਉਂ ਸਰੀਰ ਦੀ ਸੋਝੀ ਇੰਨੀ ਲਿਵ ਜੁੜ ਗਈ, ਸਰੀਰ ਦੀ ਸੋਝੀ ਨਹੀਂ ਸੀ। ਤੇਰੀ ਉਹ ਅਰਦਾਸ ਸੁਣ ਕੇ
ਵਾਹਿਗੁਰੂ ਅਕਾਲ ਪੁਰਖ ਤੇਰੇ ਕੋਲੇ ਹਾਜ਼ਰ ਹੋਇਆ। ਉਹਨੇ ਕਿਹਾ ਪੁੱਤਰ ਕਿਉਂ ਇੰਨੀ ਰੱਟ ਲਾਈ ਹੋਈ? ਕਿਹਾ ਦਾਤਿਆ ਇਹ ਕਾਲ ਕੋਠੜੀ, ਇੱਥੇ ਇੰਨੀ ਅੱਗ। ਦੋ ਤਰ੍ਹਾਂ ਦੇ ਮਨੁੱਖ ਨੇ ਭੋਜਨ ਛਕਣ ਵਾਲੇ, ਮਾਸਾਹਾਰੀ ਤੇ ਸ਼ਾਕਾਹਾਰੀ। ਮਾਸਾਹਾਰੀ ਭੋਜਨ ਖਾਣ ਵਾਲੇ ਹੱਡੀਆਂ ਨਿੱਕੀਆਂ ਨਿੱਕੀਆਂ ਚਬਾ ਜਾਂਦੇ ਆ। ਸ਼ਾਕਾਹਾਰੀ ਭੋਜਨ ਦੇ ਵਿੱਚੋਂ ਮੂਲੀ ਦਾ ਭੋਜਨ ਬਹੁਤ ਸਖਤ ਮੰਨਿਆ ਗਿਆ। ਇਸੇ ਕਰਕੇ ਸਿਆਣੇ ਹਿਕਮਤਕਾਰ ਕਹਿੰਦੇ ਆ ਵੀ ਰਾਤ ਨੂੰ ਮੂਲੀ ਨਹੀਂ ਖਾਣੀ ਚਾਹੀਦੀ, ਲੇਕਿਨ ਅੰਦਰ ਇੰਨੀ ਅੱਗ ਏ ਵੀ ਉਹ ਸਭ ਦਾ ਵਿਸ਼ਟਾ ਬਣਾ ਦਿੰਦੀ ਹੈ। ਪਰ ਤੂੰ ਬਚਿਆ ਉੱਥੇ। ਇਲਾਹੀ ਬਾਣੀ ਦਾ ਫਰਮਾਨ ਏ, ਮੁਖ ਤਲੇ ਪੈਰ ਉੱਪਰੇ ਵਸੰਦੋ ਕੋਥੜੇ ਥਾਏ, ਨਾਨਕ ਸੋ ਧਣੀ ਕਿਉ ਵਸਾਰਿਆ ਉਧਰ ਜਿਸ ਦੇ ਨਾਏ। ਤੂੰ ਉਹਦੇ ਨਾਂ ਕਰਕੇ ਬਚਿਆ ਹੈ, ਹੁਣ ਤੂੰ ਉਹਨੂੰ ਕਿਉਂ ਵਸਾਰ ਦਿੱਤਾ ਹੈ? ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਨਾਸਨ। ਸਵਾਸ ਸਵਾਸ ਤੇਰਾ ਇੱਕ ਇੱਕ ਲਿਖੇ ਸੀ, ਇਸ ਕਰਕੇ ਤੈਨੂੰ ਉਹ ਅੱਗ ਪੋਹ ਨਹੀਂ ਸਕੀ। ਤੂੰ 10 ਮਹੀਨੇ ਮਾਂ ਦੀ ਕੁੱਖ 'ਚ ਰਹਿ ਆ ਗਿਆ। ਉਹਨੇ ਆਖਿਆ ਤੈਨੂੰ ਬਾਹਰ ਕੱਢਾਂ, ਕੀ ਕਰਾਂਗਾ? ਆਖਿਆ ਤੇਰੀ ਸਾਧ ਸੰਗਤ 'ਚ ਬੈਠਾਂਗਾ, ਤੈਨੂੰ ਹੀ ਜਪਾਂਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਦਾ ਵਿਸਥਾਰ ਕੀਤਾ ਹੈ। ਅਸਨ ਬਸਨ ਲੀਨੇ ਔਰ ਬਚਨ ਕੀਨੇ, ਜਨਮ ਹੋਏ ਸਾਧ ਸੰਗ ਸ੍ਰੀ ਗੁਰੂ ਅਰਾਧ ਹੈ। ਪਰਮੇਸ਼ਰ ਨੇ ਕਿਹਾ ਜੇ ਤੂੰ ਇਹ ਬਚਨ ਕਰਦਾ ਹੈ ਮੈਂ ਤੇਰਾ ਹੋ ਜਾਵਾਂਗਾ, ਤੈਨੂੰ ਜਪਾਂਗਾ। ਉਹਦੇ ਪਾਉਣ ਤੇ ਖਾਣ ਦਾ ਫਿਕਰ ਨਾ ਕਰੀ, ਤੈਨੂੰ ਅਸਨ ਬਸਨ, ਅਸਨ ਭੋਜਨ ਤੇ ਬਸਨ ਬਸਤਰ, ਉਹ ਤੈਨੂੰ ਮੈਂ ਖਾਣ ਪਾਣ ਨੂੰ ਦਿਆਂਗਾ, ਫਿਕਰ ਨਾ ਕਰੀ। ਇਹ ਸੰਗ ਲੀਨੇ ਨਾਲ ਲੈ ਕੇ ਆਇਆ। ਜਨਮ ਹੋਏ, ਮੇਰਾ ਜਨਮ ਹੋਏ ਤੂੰ ਵਾਅਦਾ ਕਰਕੇ ਆਇਆ ਸੀ। ਸਾਧ ਸੰਗ ਸ੍ਰੀ ਗੁਰੂ ਅਰਾਧ ਹੈ। ਔਰ ਮਨੁੱਖ ਇੱਥੇ ਆਇਆ, ਇਹਾਂ ਆਏ, ਦਾਤਾ ਵਿਸਰਾਏ, ਦਾਸੀ ਲਪਟਾਏ, ਪੰਚ ਦੂਤ ਭੂਤ ਭਰਮਤ ਆਸਾਦ ਹੈ। ਇੱਥੇ ਆਉਂਦਿਆਂ ਹੀ ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਵਾਹਿਗੁਰੂ ਭੁੱਲ ਗਿਆ, ਦਾਤਾ ਵਿਸਰਾ ਦਿੱਤਾ। ਉਹ ਦਾਤੇ ਦਾ ਨਾਮ ਵਿਸਰਨ ਦੀ ਦੇਰੀ ਸੀ। 5 ਵੈਰੀਆਂ ਨੇ ਉਸੇ ਵੇਲੇ ਆ ਕੇ ਘੇਰ ਲਿਆ। ਹੁਣ ਇਹਨੂੰ ਭੁੱਲ ਗਿਆ ਕਿ ਮੈਂ ਆਇਆ ਵਾਂ, ਮੇਰੇ ਸਵਾਸ ਗਿਣਤੀ ਦੇ ਆ, ਮੈਂ ਕੀ ਵਾਅਦਾ ਕਰਕੇ ਆਇਆ, ਕੀ ਕਰਨਾ ਸੀ, ਇਹਨੂੰ ਭੁੱਲ ਗਿਆ। ਲੇਕਿਨ ਉਹ ਯਾਦ ਕਰਾਉਂਦੇ ਆ, ਸਾਚੋ ਮਰਨੋਂ ਵਿਸਾਰ, ਅਟਲ ਸਚਾਈ ਏ ਕਿ ਤੇਰੇ ਸਵਾਸ ਲਿਖੇ ਹੋਏ ਨੇ, ਭੌਰ ਨੇ ਉਡਾਰੀ ਮਾਰ ਜਾਣਾ, ਇਹ ਸਰੀਰ ਦਾ ਸਵਾਸ ਲਿਖ ਕੇ ਲੈ ਕੇ ਆਇਆ, ਪਰ ਤੂੰ ਉਹ ਵਿਸਾਰ ਦਿੱਤਾ। ਬਹੁਤਾਤ ਨੂੰ ਇਹ ਆ ਵੀ ਖਰੇ ਮੈਂ ਮਰਨਾ ਹੀ ਨਹੀਂ ਹੈ। ਜੀਵਨ ਮਿਥਿਆ ਵਿਸਥਾਰ, ਜਿਹੜਾ ਇਹ ਜੀਵਨ ਝੂਠਾ ਹੈ, ਚੰਦ ਦਿਨ ਦਾ ਪ੍ਰਾਹੁਣਾ, ਉਹਦਾ ਵਿਸਥਾਰ ਬਹੁਤ ਕੀਤਾ। ਸਮਝੇ ਨਾ ਜੀਤ ਹਾਰ, ਸੁਪਨ ਸਮਾਦ ਹੈ। ਤੂੰ ਇਹ ਵੀ ਨਹੀਂ ਸਮਝਦਾ ਕਿ ਮੇਰੀ ਬਾਜੀ ਜਿਹੜੀ ਏ ਉਹ ਜਿੱਤਦੀ ਨਹੀਂ, ਹਾਰਦੀ ਜਾਂਦੀ ਏ। ਤੇ ਭਾਈ ਸਾਹਿਬ ਕਹਿੰਦੇ ਅਵਸਰ ਹੋਏ ਹੈ ਬਤੀਤ, ਇਹ ਸਮਾਂ ਬੀਤਦਾ ਜਾਂਦਾ ਹੈ। ਲੀਜੀਆ ਜਨਮ ਜੀਤ, ਤੇ ਕਹਿੰਦੇ ਜਨਮ ਨੂੰ ਜਿੱਤਣ ਦਾ ਤਰੀਕਾ ਕੀ ਹੈ? ਕੀਜੀਏ ਸਾਧ ਸੰਗ ਪ੍ਰੀਤ ਹੈ। ਸਾਧ ਦਾ ਅਰਥ ਹੈ ਗੁਰੂ। ਗੁਰੂ ਦੇ ਸੰਗ ਵਿੱਚ ਪ੍ਰੀਤ ਕਰਕੇ ਬੈਠ ਜਾ। ਮਹਿਮਾ ਅਗਮ ਅਗਾਧ ਹੈ, ਤੇਰੀ ਮਹਿਮਾ ਅਗਮ ਅਗਾਧ ਹੋ ਜਾਏਗੀ। ਤੇ ਅਸੀਂ ਗੁਰੂ ਕੋਲੇ ਆਉਣ ਨੂੰ ਤਿਆਰ ਨਹੀਂ, ਗੁਰੂ ਵਾਲੇ ਹੋਣ ਨੂੰ ਤਿਆਰ ਨਹੀਂ। ਜੇ ਗੁਰੂ ਵਾਲੇ ਹੋਣ ਨੂੰ ਤਿਆਰ ਨਹੀਂ ਤੇ ਸਤਿਗੁਰ ਨੇ ਕਿਹਾ ਵੀ ਸਜਣਾ, ਗੁਰੂ ਤੋਂ ਬਿਨਾਂ ਸਹਿਜ ਨਹੀਂ ਮਿਲ ਸਕਦਾ।
ਸਹਿਜ ਅਵਸਥਾ ਵਾਲੇ ਦੇ ਕੌਤਕ ਨਿਆਰੇ ਹੁੰਦੇ ਆ। ਸਹਿਜ ਅਵਸਥਾ ਜੋ ਪਾਉਂਦਾ ਹੈ, ਜਿਹਦੇ ਕੋਲ ਬਖਸ਼ਿਸ਼ ਹੁੰਦੀ, ਉਹ ਉਹਨੂੰ ਬਿਆਨ ਨਹੀਂ ਕਰ ਸਕਦਾ, ਪਰ ਉਹਦੇ ਕੌਤਕ ਨਿਆਰੇ ਹੁੰਦੇ ਆ। ਜਿਹੜਾ ਸੁੱਖ ਹੈ ਉਹ ਸਹਿਜ ਤੋਂ ਬਿਨਾਂ ਨਹੀਂ ਮਿਲ ਸਕਦਾ। ਸ਼ਾਂਤ ਨਾ ਸੰਤੋਖ ਬਿਨ, ਸੁਖ ਨਾ ਸਹਿਜ ਬਿਨ, ਸ਼ਬਦ ਸੁਰਤ ਬਿਨ ਪ੍ਰੇਮ ਨਾ ਪਰਬੀਨ ਹੈ। ਹੁਣ ਅਸੀਂ ਨਾ ਜੋ ਨਿਤਨੇਮ ਵਿੱਚ ਸੋਈਏ ਪੜ੍ਹਦੇ ਹਾਂ, ਜਦੋਂ ਅਸੀਂ ਉਹ ਪੰਕਤੀ ਸੁਣਦੇ ਹਾਂ, ਅਸੀਂ ਸਾਰੇ ਆਪਾਂ ਢੁਕਾ ਲੈਂਦੇ ਵੀ ਹਾਂ ਮੈਂ ਪ੍ਰੇਮ ਕਰਦਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਜੇ ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਬਚਨ ਵਿਚਾਰੇ ਜਾਣੋ, ਕਹਿੰਦੇ ਪ੍ਰੇਮ ਦੀ ਖੇਡ ਖੇਡਣੀ ਹੈ ਤੇ ਪਹਿਲਾਂ ਸਿਰ ਦੀ ਭੇਟਾ ਦੇਣੀ ਪੈਣੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਫਿਰ ਸਤਿਗੁਰੂ ਜੀ ਕਹਿੰਦੇ ਬਿਨ ਗੁਰ ਪ੍ਰੇਮ ਨਾ ਪਾਈਏ। ਗੁਰੂ ਤੋਂ ਬਿਨਾਂ ਤੇ ਪ੍ਰੇਮ ਨਹੀਂ ਪਾਇਆ। ਤੇ ਮੈਂ ਤੇ ਗੁਰੂ ਲੈਣ ਨੂੰ ਤਿਆਰ ਹੀ ਨਹੀਂ, ਮੈਂ ਤੇ ਗੁਰੂ ਵਾਲਾ ਹੋਣ ਨੂੰ ਤਿਆਰ ਹੀ ਨਹੀਂ। ਤੇ ਇਲਾਹੀ ਬਾਣੀ ਦਾ ਪ੍ਰਮਾਣ ਹੈ ਵੀ ਗੁਰੂ ਤੋਂ ਬਿਨਾਂ ਤੂੰ ਪ੍ਰੇਮ ਨਹੀਂ ਲੈ ਸਕਦਾ। ਤੇ ਜਿੰਨੇ ਚਿਰ ਗੁਰੂ ਨਹੀਂ ਲੈ ਸਕਦਾ, ਉਨੇ ਚਿਰ ਸਹਿਜ ਅਵਸਥਾ ਨਹੀਂ ਮਿਲ ਸਕਦੀ। ਜਿੰਨੇ ਚਿਰ ਸਹਿਜ ਅਵਸਥਾ ਨਹੀਂ ਮਿਲਦੀ, ਉਨੇ ਚਿਰ ਭਾਈ ਗੁਰਦਾਸ ਜੀ ਕਹਿੰਦੇ ਸੁੱਖ ਨਹੀਂ ਹੋ ਸਕਦਾ। ਇਹ ਮਾਇਆ ਦੇ ਕਰਮ ਭੋਗ ਰਿਹਾ ਹੈ, ਇਹ ਸੁੱਖ ਨਹੀਂ ਹੈਗਾ। ਸ਼ਾਂਤ ਨਾ ਸੰਤੋਖ ਬਿਨ, ਸੁਖ ਨਾ ਸਹਿਜ ਬਿਨ, ਸ਼ਬਦ ਸੁਰਤ ਬਿਨ ਪ੍ਰੇਮ ਨਾ ਪ੍ਰਬੀਨ ਹੈ। ਹੁਣ ਸਹਿਜ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਸਹਿਜ ਅਵਸਥਾ ਵਾਲੇ ਨੂੰ ਦੁੱਖ ਨਹੀਂ ਮਿਲਦਾ। ਦੁੱਖ ਦੇਣ ਦਾ ਕੋਈ ਯਤਨ ਕਰ ਸਕਦਾ। ਕੋਈ ਆਖੇ ਵੀ ਕਿਸੇ ਦਾ ਬੰਦ ਕੱਟਿਆ ਜਾਵੇ, ਕਿਸੇ ਦੇ ਸੂਈ ਖੋਭ ਕੇ ਵੇਖੋ, ਉਹ ਤੜਫ ਉੱਠੇਗਾ। ਕਿਸੇ ਦਾ ਮੜ ਜੀ ਸੱਟ ਵਾਜੇ, ਅੱਗ ਲੱਗ ਜਾਵੇ, ਉਹ ਤੜਫ ਉੱਠੇਗਾ। ਸਹਿਜ ਅਵਸਥਾ ਵਾਲੇ ਨੂੰ ਉਹਦੇ ਉਹ ਕੌਤਕ ਨਿਆਰੇ ਲੱਗਦੇ ਆ। ਸਿੱਖ ਧਰਮ 'ਚ ਇਹੋ ਜਿਹੇ ਅਨੇਕਾਂ ਨੇ। ਮੈਂ ਤੁਹਾਡੇ ਕੋਲੇ ਇੱਕ ਪੇਸ਼ ਕਰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲੇ 2 ਸਿੱਖ ਸ਼ਹੀਦ ਹੋ ਚੁੱਕੇ ਸੀ। ਤੀਜੇ ਸਿੱਖ ਦਾ ਫਤਵਾ ਬੜਾ ਅਜੀਬ ਸੀ। ਪਹਿਲੇ ਨੂੰ ਆਰੇ ਨਾਲ ਚੀਰਿਆ ਸੀ, ਦੂਜੇ ਨੂੰ ਦੇਗ 'ਚ ਉਬਾਲਿਆ ਸੀ, ਤੀਜੇ ਨੂੰ ਡਲਾਉਣ ਵਾਸਤੇ ਆਖਿਆ ਤੇਰੇ ਵਾਸਤੇ ਫਤਵਾ ਹੈ ਵੀ ਤੈਨੂੰ ਰੂਈ 'ਚ ਲਪੇਟ ਕੇ ਤੇ ਅੱਗ ਲਾ ਕੇ ਸਾੜਿਆ ਜਾਣਾ। ਲੇਕਿਨ ਉਹਨੇ ਕਿਹਾ ਮੈਨੂੰ ਮਨਜ਼ੂਰ ਹੈ। ਉਹਨੂੰ ਰੂਈ 'ਚ ਲਪੇਟਿਆ, ਅੱਗ ਲਾਤੀ। ਤਵਾਰੀਖ ਦੇ ਪੰਨਿਆਂ ਦੇ ਮੁਤਾਬਕ ਪੰਥ ਦਰਦੀ ਦੇ ਬਚਨ ਨੇ ਕਿ ਉਹਦਾ ਸਰੀਰ ਇਉਂ ਸੜਦਾ ਸੀ, ਉਹ ਤੇ ਫਤਵਾ ਸੀ ਕਿ ਇਹਨੂੰ ਹੋਲਾਂ ਵਾਂਗੂ ਭੁੰਨਣਾ ਹੈ। ਹੋਲਾਂ ਜ਼ਿਮੀਂਦਾਰਾਂ ਨੇ ਖੇਤਾਂ 'ਚ ਛੋਲੇ ਬੀਜੇ ਹੁੰਦੇ ਸੀ ਤੇ ਉਹ ਖੇਤਾਂ ਵਿੱਚ ਬਾਲਣ ਰੱਖ ਕੇ ਤੇ ਬੂਟੇ ਪੁੱਟ ਕੇ ਅੱਗ ਦੇ ਉੱਤੇ ਕਰਕੇ ਭੁੰਨਦੇ ਸੀ। ਉਹਨਾਂ ਛੋਲਿਆਂ ਨੂੰ ਰੋਸਟਡ ਕਰਦੇ ਸੀ, ਜਿਵੇਂ ਅੱਜ ਕੋਈ ਚੀਜ਼ ਰੋਸਟਡ ਕੀਤੀ ਜਾਂਦੀ। ਕਹਿੰਦੇ ਸਤੀ ਦਾਸ ਦੇ ਜਿਸਮ ਨੂੰ ਅੱਗ ਲਾਈ, ਭੁੰਨੋ ਹੋਲਾਂ ਦੇ ਵਾਂਗ ਫੁਰਮਾਨ ਹੋਇਆ ਵੀ ਇਹਨੂੰ ਹੋਲਾਂ ਵਾਂਗੂ ਦੀ ਚਮੜੀ ਨੂੰ ਭੁੰਨਣਾ ਹੈ। ਤੇ ਜਦੋਂ ਉਹਨੂੰ ਅੱਗ ਲਾਈ, ਭੁੱਜੀ ਚਮੜੀ ਤੇ ਆਂਦਰਾਂ ਬਾਹਰ ਆਈਆਂ। ਐ ਪਰ ਸਿੱਖ ਦਾ ਸਿਦਕ ਬਲਵਾਨ ਹੋਇਆ। ਹੁਣ ਚਮੜੀ ਭੁੱਜ ਗਈ, ਆਂਦਰਾਂ ਬਾਹਰ ਨੂੰ ਟੜਕਣ ਲੱਗੀਆਂ। ਲੇਕਿਨ ਉਹ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਨਾਲ ਜੁੜਿਆ ਸਹਿਜ ਅਵਸਥਾ ਵਾਲਾ ਉਹ ਪੜ੍ਹ ਰਿਹਾ ਸੀ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਲੇਕਿਨ ਦੁਨੀਆ ਜਿਹੜੀ ਵੇਖਣ ਵਾਲੀ ਸੀ, ਹੁਣ ਦੁਨੀਆ ਕੋਲ ਸਹਿਜ ਅਵਸਥਾ ਨਹੀਂ। ਦ੍ਰਿਸ਼ ਦੇਖ ਕੇ ਕੰਬੀ ਲੁਕਾਈ ਸਾਰੀ। ਜਿਹੜੇ ਵੇਖਣ ਵਾਲੇ ਸੀ ਉਹ ਕੰਬ ਗਏ ਵੀ ਸਾਥੋਂ ਵੇਖਿਆ ਨਹੀਂ ਜਾ ਸਕਦਾ। ਭਾਣਾ ਮੰਨਣਾ ਸਿੱਕੀ ਦੀ ਸ਼ਾਨ ਹੋਇਆ। ਲਿਖੀ ਦਿੱਲੀ ਦੇ ਵਿੱਚ ਤਾਰੀਖ ਯਾਰੋ ਗਲੀ ਯਾਰ ਦੀ ਵਿੱਚ ਖਾਲਸਾ ਪ੍ਰਵਾਨ ਹੋਇਆ। ਸਹਿਜ ਅਵਸਥਾ ਹੈ। ਕੁਝ ਚੀਜ਼ਾਂ ਨੇ ਇੱਕ ਨਾ ਹੋਵੇ ਤੇ ਉਹ ਨਹੀਂ ਪ੍ਰਾਪਤ ਹੋ ਸਕਦੀ। ਸਤ ਬਿਨ ਸੰਜਮ ਨਾ। ਤੁਸੀਂ ਆਖੋ ਮੈਂ ਸੰਜਮ ਆ, ਔਰ ਸੰਜਮ ਵੀ ਜਿਹੜਾ ਨਾ ਉਹ ਗੁਰੂ ਕੋਲੋਂ ਮਿਲਦਾ। ਗੁਰ ਪੂਰੇ ਸੰਜਮ ਕਰ ਦਿਆ, ਨਾਨਕ ਤੋ ਫਿਰ ਦੁੱਖ ਨਾ ਥੀਆ। ਸੰਜਮ ਵੀ ਗੁਰੂ ਕੋਲੋਂ ਮਿਲਦਾ ਹੈ। ਸਤ ਹੈ ਨਹੀਂ, ਤੇਰਾ ਸੰਜਮ ਨਹੀਂ ਹੈ। ਸਤ ਬਿਨਾ ਸੰਜਮ ਨਾ, ਪਤ ਬਿਨਾ ਪੂਜਾ ਨਾ। ਉਸ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾ ਤੂੰ ਆਖੇ ਮੈਂ ਪੂਜਾ ਕਰ ਰਿਹਾ, ਕੋਈ ਪੂਜਾ ਨਹੀਂ। ਅਕਾਲ ਪੁਰਖ ਤੋਂ ਬਿਨਾ ਪੂਜਾ ਹੈ ਹੀ ਨਹੀਂ।
सच बिन सोच ना। तू आखे मैं नहा लिया धो लिया पवित्र। वो आशा की वार का श्लोक बड़ा विचारण वाला है। जड़ा पहला सुचे आप होए सुचे बैठा आए, बड़ा विचारण दा है कि अन्न देवता पानी देवता बसंतर देवता लूण पंजवां पाया पा की किरत होया पाक पवित पापी सो तन किड्डा थुक्कां पईयां तित। वो सोख नूं बड़ा विचारण वाला है कि बैठा भी आके सुच्चा सी, छकाउण वाला भी सुच्चा सीगा, बनाउण वाले ने भी सुच्चा बनाया। जिहड़ा इन्ना सुच्चा सी फिर ओदी इह हालत क्यों हो गई? उत्थे जाए सुटिया किसों लगा दोख। जे सारे ही सुच्चे सी तो सुच्चे रल के पवित्र होना चाहिए सीगा, पर ओदी ते इहो जी बदबू वाली हालत बनाती। सच बिन सोच ना जनेऊ जतहीन है। सच की ये परमेश्वर, परमेश्वर का नाम तेरे को परमेश्वर का नाम नहीं हैगा, लख शरीर नूं धोई जाए तू पवित्र नहीं हो सकता। इस करके जो जनेऊ सीगा वो हीना हो गया सीगा। बिन गुर दिखिया ज्ञान ना। कोई आखे मैनू बहुत ज्ञान है, नहीं इं कह जो नगूरा बहुत बातां जाने, वो गल्लां बहुत जानता वे, ज्ञान नहीं हैगा। बिन दर्शन ध्यान ना। गल्लां करता उन्हें गुरु की बाणी में दर्शन कीते नहीं, गुरु की बाणी पढ़ी नहीं गई, गुरु के दर्शन ना जुड़िया ही नहीं हैगा। जो आखे मेरा ध्यान टिकदा है वाधू दियां गल्लां। बिन गुर दीखिया ज्ञान ना, बिन दर्शन ध्यान ना, भाओ बिन भगत ना कछनी भै भीन है। ਉਹਦੇ ਕੋਲ प्रेमा भगती है नहीं, गुरु ना प्रेम ही है नहीं, ਉਹਦੀ कथनी हो सकती है। पर वो आखे कि मेरा गुरु ना प्रेम हो गया, मैं ज्ञान जानदा, वो ज्ञान नहीं हो सकता। शांत ना संतोख बिन, सुख ना सहज बिन, शब्द सुरत बिन प्रेम ना परबीन है। ब्रह्म विवेक बिन हृदय ना एक टेक, साध संगत बिन ना लिव लीन है। गुरु के बिना वो लिव लीन नहीं हो सकता। और धन गुरु अमरदास महाराज साहब का यह बहुत वड्डा तजर्बा है, उन्होंने वड्डी उम्र का, कि 62 साल उन्होंने तीर्थ यात्रा की है। 21 वार वो हरिद्वार ते गंगा दे इशनान किए आ, बड़े जगराते किए आ, पर प्राप्त कुछ नहीं होया, भटकना लगी। जे कोई मिलया भी है तो वह सहज नहीं बख्श सकिया, वो भटकना ला गया है। लेकिन भटकना उस दिन दूर हुई है जिधर धन गुरु अंगद साहब नाल मिलाप होया। साहिब जी कहे सजना जे तू चाहुंदा कि मैनू सुख मिल जाए जे दुख नहीं आउंदा। सिख ते दुख नहीं आ सकता। साहिब की इलाही बाणी का फैसला है, औखी घड़ी ना देखण देई। ये पाठ बिना बिंदी, जे बिंदी ला दो फिर तो होगा भी औखी घड़ी वेख नहीं दा, नहीं वो अपने सिख के उत्ते जिहड़ा ओहदा होगा तो औखी घड़ी आउण ही नहीं दिंदा। साहिब जी कहते ये याद कर भी गुरु तू बिना सहज नहीं प्राप्त हो सकता। सजना सहज चाहना है, सुख चाहना है, तो फिर गुरु नूं आपा समर्पित कर दे। गुरु कोल तेनू शब्द मिलना, इलाही फरमान मिलना है। शब्द ही ते सहज उपजे हर पाया सच सोए। गुरु कोलू फरमान लिया, गुरु कोलू शब्द लिया है, वो शब्द तेरे अंदर जाएगा। गुरु के चरण हृदय प्रवेशा। जो गुरु के चरण इलाही बाणी हृदय चरण शब्द सतगुरु को नानक बांधे पाल, गुरु का शब्द अंदर जाएगा। रोग सोग सब दुख उतरे, उतरे सगल क्लेशा। सजना सारे रोग सब दुख, रोग सोग सब दुख विनाशे, उतरे सगल क्लेशा। रोग भी मिट गए, सोग भी मिटे, दुख भी मिट गए, क्लेश भी गए। कोट जन्म के किल बखनासे। दुनिया दे विच उन्होंने एक कर्म रोग तो इनकार करता, असीं नहीं जा सकता, नहीं खत्म किया जा सकता, कर्म रोग है। पर साहब जी कहते तेनू आ गुरु कोले वो बख्शिश है कि तेरे करोड़ां जन्म बज्जर पापा च बीते होण, तू बज्जर पापी होवें। कोट जन्म के किल बखगासे, कोट मजन इशनाना। जेड़े करोड़ां इशनान करना नहीं जा सकते, नाम निधान गावत गुण गोविंद लागो सहज ध्याना। जदों तू उहदे खजाने च गुण गाएगा सजना, उदों तेनू सहज सुभाव, तेरा सहज अवस्था दे विच ध्यान लग जाएगा सजना। गुरु तो बिना सहज नहीं होएगा। जदों सहज आ गई है फिर तेरी ये भगती है।
सहजे गाविया थाए पवै बिन सहजे कथनी बाद। सहज अवस्था दे विच गाया है सज्जना, वो तेरा उस मालक दे घर दे लेखे विच एक एक ते सहज तो बिना तू कथनी कीती, वो तेरी कथनी है गल्लां च नहीं मतलब वाद विवाद पैदा किया है। सहजे ही भगत उपजे, भगती उपजदी सहज दे विचों है कि वो तेरा एक एक मुड़ के तेरी जिहड़ी गल है वो भी भगती बन जानी। सहज प्यार बैराग, सहज है ही तां है कि तेनू प्यार उपजिया सी, तीजी लां बराग दी है, चौथड़ी हर चौथड़ी ला मन सहज पिया। सहज आया है कि उस तू पहला बराग तेरे को आया, तू बरागी हो गया है, तेरे अंदर प्यार उपजिया है तो फिर तेरे कोले सहज आया है। सहजे ही सुख शांत होए बिन सहजे जीवन बाद। सहज विचों ही तेनू शांति मिलनी है। हुण आपां कहने भी अरदास कराइए, साडा भी काम हुंदा भी असीं आए पैसे कमाउण आए डॉलर बनते करदे अरदास। सच जाणिओ जे कमाई करन नाल सुख मिलना है। मेरे वर्गा आप भटकदा फिरदा हुंदा अरदास करके तुहानू की करेगा। हाँ तुसीं आप वो झोवो, तुहाडे कोले 15 आने होण ते एक आने किसे दी गल काट कर सकदी है। इस साहब जी कहंदे सहजे ही ते सुख शांत होए बिन सहजे जीवन बाद। सहज नहीं हैगा तेरा जीवन बाद जा रहा। सहज सलाही सदा सदा सहज समाध लगाए। सहज अवस्था विच उहदा रोम रोम उहदा हर वक्त जिहड़ा उहदी सिफत सलाह विच बीतदा है जदों सहज अवस्था हुंदी है। सहज दे विच उह समाध विच टिकदा है कि उहदे मन दा टका बन जांदा है। सहजे ही गुण उचरे भगत करे लिवलाए। सहज वाला गुण उहदे बयान करदा, वो कहंदा मेरे कोले गुण नहीं गा, गुण उहदे आ। सहज वाला जिहड़ा है वो लिव जोड़ के बैठदा है। लिव जोड़न तो बिना तू आखे गल मन जे भगती बन जावे नहीं। सतगुर सहज है जे लिव नहीं जोड़दा। अनाथ है साची लिवै बिन देह नमानी, देह नमानी लिवे बाजो क्या करे विचारिया। विचारिया थे यतीम है की करेगा। साहब जी कहते इस वास्ते ये सारियां बख्शां जड़ियां तेनू ने सहज विच बहुत बख्शां आ जांदियां ने, पर जिन्ने चिर गुरु कोल नहीं जा हजना उन चिर सहज अवस्था नहीं। सबदे ही हर मन वसै रसना हर सिखाए। गुरु कोल जाएगा शब्द बनेगा और तेरी रसना ते शब्द आएगा। रसना ते आएगा तो तेरे मन दे विच वसे, चित्त विच वसेगा। जे गुरु कोले शब्द नहीं कितों। सहजे काल वडारिया, काल वड्डियां वड्डियां नूं खा गया। काल पाए ब्रह्मा अवतरा, काल पाए शिवजू अवतरा, काल पाए कर बसन प्रकाशा, सकल काल का किया तमाशा। पर हम गुर राखे गुर शब्द विचारिया। सानू गुरु ने कही काल तो कई बच्चियां, सानू गुरु ने अपना शब्द दिता। जिन्हें गुरु कोल शब्द दिता सीगा उन्हें काल नूं भी खत्म करता। सच सरनाई पाए क्योंकि वह सच्चे गुरु की शरण विच आ गया। सहजे हर नाम मन वसिया सच्ची कार कमाए। हुण उहदे मन विच सहज बचिया, हुण सच्ची कार कमाउंदा है। कख भी होवे झूठ नहीं बोलूगा। वो चोर सी पहला, लेकिन धन गुरु अमरदास महाराज साहब को चोरी करना आ गया। फड़िया गया। जो फड़िया गया गुरु को पेश किया। गुरु बड़ा बख्शन सी धन गुरु अमरदास। कहते महाराज ने चोरी की, कहने कि इहनूं कपड़े दे दिओ, इहनूं समान दे दिओ, इहदे कोल नहीं हैगा तां चोरी करने वास्ते आया। उहदे हथ जुड़ के सच्चे पातशाह मैं पापी हाँ मैनूं बख्श। जिहड़ा अदली चोर सी वो बाबा अदली बन गया। बाबा बिधि चंद नूं गुरु की शरण च लियाउण वाला ओह सी। उन्हें इन्ना क प्रचार किया है कईयां नूं सुधार के गुरु घर की शरण विच लै आया। साहब जी कहते ओहदी गल हुण करनी सच्ची हो गई। वो घर गया। हुण अगे लोकां कोल चोरी करके मनदा नहीं सी मैं चोरी की है। हुण आप घर जाके अंदर सहज सी। हुण गुरु वाली गल सी। हुण आप घरों समान कढ़ के लोकां दे घर दे कहंदा भी आ भी तेरा मैं तेरे घरों चोरी कीता सी, आ भी तेरा मैं तेरे घरों चोरी कीता सी। उहदा सारा घर ही नंग हो गया। पता ही सब कुछ चोरी का इकट्ठा किया। सच सहज वाला बोल सकता है।
गल नेड़े रखा। औरंगजेब की लड़की औरंगजेब को झूठ बोल के आई सी कि मैं तेरा राज भाग वेखना चाहूँ, तेरी पुत्रियां, लेकिन आना का मकसद सी कि मैं आनंदपुर साहिब जाना है, मैं गुरु गोबिंद सिंह दर्शन करने हैं। जदों गुरु गोबिंद सिंह महाराज साहब के दर्शन होए उदों जाके सच बोलिया, कहती तेरे वर्गा खूनी बादशाह होर कोई नहीं। जिन्ने चिर गुरु कोल नहीं आउंदा उन्ने चिर सहज अवस्था नहीं, जिन्ने चिर सहज अवस्था नहीं उन चिर सच नहीं बोलिया जा सकता। साहब जी कहते उदों वो सच्ची कार कमाउंदा है। हुण ओदी कार दे विच जिहड़ा झूठ नहीं, सहजे हर नाम मन वसिया, सच्ची कार कमाए, सेवट भागी जिनी पाया, सहजे रहे समाए। वो वड भागी ने, गुर समरथ अपार, गुर वड भागी दर्शन होए। वो वड भागी है जिन्हां ने वड्डियां भाग, जिन्हां ने गुरु नूं पालिया, जिन्हां ने गुरु नूं पालिया उन्हें सहज पालिया, उहदे समा गए। जिन्हें आख्या नहीं मेरी धन दौलत ते मेरा चला जाएगा, की बनेगा मेरा। माया विच सहज न उपजे, माया दूजे भाए। बहुत बड़ा नुकसान होया का दिल्ली दे विच। मते दे उत्ते इन्ने कि साइन कर बैठा भी जो दिल्ली च सिखां नाल धक्का होया है, ਇਹਦਾ प्रशासन ने अपनी ड्यूटी नहीं निभाई। ਹੁਣ ਉਹਦੇ ਕੋਲੇ सहज नहीं सी, जम्मिया तो सिखां दे घरे होंदा भी सिख सी, है भी सिख सीगा, पर सिक्खी कोई आखे भी इउं सिखां दे घरे जन्म ना मिल जांदी, सिक्खी धारण करना मिलदी है। सिख दे घरे जम्मिया सिख दा बच्चा हो सकदा, सिख नहीं हो सकदा। सिख उदन होएगा जिदन गुरु कोल सिक्खी लै लेगा। तो जदों उहने साइन करते तो राजीव गांधी ने सद लिया भी आ जा इधर। हुण जे ते हुंदा सिख तो कहंदा मौत परवान है, मैं सच आखांगा, तो उन्हें माफी मंगी तो इन्ने सिखां दा कतल होया तो कहंदा दलेर पुरुष राजीव गांधी। लेकिन जिहड़े गुरु के सिख सी उन्होंने आख्या जाना वार जान कोई गल नहीं, परिवार पता सी भी रिजल्ट का की निकलना है। उन्होंने कोले सच सी, कहंदे नहीं सच्ची कार कमावांगे। साहब जी कहें सजना माया विच रहेगा सहज नहीं मिलेगा, माया दूजे भाए। वो एक नूं छड्ड गया, एक दी कार छड्ड गया, एक नूं फड़ के दूजे द्वैत भावना च आ गया। ये माया है जिहड़ा एक नूं छड्ड देना। मनमुख कर्म कमावने हौमै जले जलाए। हुण कर्म अपने मन दे कमाउणा है सजना, इस हौमे दी अक विच सड़ेगा। जम्मन मरण ना चुकी फिर आवे जाए। कितना वड्डा दुख होएगा जम्मन मरण का कि भगत कबीर जी ने अग तो नहीं डरे, गंगा सिੱਟੇ तां नहीं डरे, हाथी अगे बन के सिੱਟੇ तां नहीं डरे, लेकिन जम्मन मरण तो इन्ना डर लग्या। इलाही बाणी च फरमान है कि वह अकाल पुरख अगे बेनती करते, एक दुख राम राय काटो मेरा, अगन दहे और गर्भ बसेरा। साहब जी कहते वो दुख विच बार बार जाएगा, वार वार उस दुख वजणेंगे। फिर तिना गुणा जे त्रेह गुणा विच सहज ना पाइए, त्रै गुण भरम भलाए। तू राजा बन जा, तू ताकतवर होकर क्रोधी हो जा, संतोखी भी कला हो जाए कि मैं बड़ा संतोखी हाँ सजना। संतोखी हो जाएगा, आखेंगे मैं संतोखी हाँ, पर बड़े बड़े संतोखी समा आया डोल के। बड़े बड़े वड्डे होए जिन्हों ने आख्या सी ये शब्द डिक्शनरी च नहीं लिखा जाऊगा, लेकिन समा आया तो वह भी डोल गए। संतोखी सतो गुणी भी डोलते वेखे आ। साहब जी कहते वह भरमा च भुल गए। पढ़िए गुणिए क्या कथिए, जा मुंडों कुत्था जाए। तू बहुत पढ़ गया, बड़ा विचारवान हो गया, बड़ा कथनी कथन वाला हो गया है। कहते मुंडों ही भुल गया है, गल पहली तू छड़ दी है। तो कह लगे सजना मुंडों कुथ गया है, तू कुछ नहीं पा सकता। चौथे पद में सहज है गुरमुख पल्ले पाए। गुरमुख जिन्हें गुरुकुल दीख्या ले ली गुरमुख होए, जिन्हें दीख्या नहीं ली वो गुरमुख नहीं आएगा। तां ही आख्या सी गुरमुख नाम ते नाम दे विच फर्क है। गुरमुख जिहड़ा है उन्होंने अपने पल्ले च पालिया गुरु ने। वो तुरिया अवस्था विच वो चौथे पद विच उस ते कृपा होई है। निर्गुण नाम निधान है, सहजे नूं सोझी होए। गुणवंती सलाहिया सच्चे सच्ची सोए। उन्होंने नाम का खजाना बख्श दिता है। नाम के खजाने च इन्ना कुछ बयान नहीं किया जा सकता।
ਭਾਈ ਗੁਰਦਾਸ ਜੀ ਨੇ, ਭਾਈ ਨੰਦ ਲਾਲ ਹੋਰਾਂ ਨੇ ਇਹਨਾਂ ਨੇ ਵਿਸਥਾਰ ਕੀਤੇ ਹੋਏ, ਤਾਂ ਹੀ ਉਹਨਾਂ ਦੀ ਬਾਣੀ ਪ੍ਰਵਾਨ ਹੋਈ। ਗੁਰੂ ਵਾਲਾ ਹੋ ਗਿਆ ਹੈ ਕਿ ਤੂੰ ਭੁੱਲਿਆ ਹੈ ਉਹ ਮਿਲਾ ਲਏਗਾ, ਜਿਵੇਂ ਜੋਗਾ ਸਿੰਘ ਭੁੱਲ ਗਿਆ ਸੀ ਫਿਰ ਆਹ ਮਿਲਾ ਲਿਆ। ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ, ਉਹ ਤੈਨੂੰ ਭੁੱਲੇ ਹੋਏ ਨੂੰ ਮਨਾ ਲਏਗਾ। ਬਿਨ ਸਹਿਜੇ ਸਭ ਅੰਧ ਹੈ, ਸਹਿਜ ਤੋਂ ਬਿਨਾ ਸਭ ਕੁਛ ਅੰਨ੍ਹੇ ਵਾਲੀ ਕਾਰ ਹੈ। ਮਾਇਆ ਮੋਹ ਗੁਬਾਰ, ਉਹ ਮਾਇਆ ਦਾ ਹਨੇਰਾ ਤੇਰੇ ਤੇ। ਸਹਿਜੇ ਹੀ ਸੋਝੀ ਭਈ ਸੱਚੇ ਸ਼ਬਦ ਅਪਾਰ, ਉਹ ਜਿਹੜਾ ਸ਼ਬਦ ਅਪਾਰ ਹੈ ਤੈਨੂੰ ਗੁਰੂਕੁਲ ਮਿਲਿਆ, ਉਹਦੇ ਰਾਹੀਂ ਤੈਨੂੰ ਇਹ ਸੋਝੀ ਪਈ ਹੈ। ਆਪੇ ਬਖਸ਼ ਮਲਾਇਨ ਪੂਰੇ ਗੁਰ ਕਰਤਾਰ, ਤੂੰ ਗੁਰੂ ਕੋਲ ਆਇਆ, ਗੁਰੂ ਆਪ ਬਖਸ਼ਨਾਰ ਹੋ ਕੇ ਆਪ ਗੁਰੂ ਕਿਰਪਾ ਕਰਕੇ ਤੈਨੂੰ ਮਨਾ ਲਿਆ। ਸਹਿਜੇ ਆਦਿਸ਼ਟ ਪਛਾਣੀਏ, ਜਿਹੜਾ ਦਿਸਦਾ ਨਹੀਂਗਾ। ਦੁਨੀਆ ਦੇ ਕਿਸੇ ਧਰਮ ਨੇ ਨਹੀਂ ਮੰਨਿਆ ਕਿ ਦਰਸ਼ਨ ਹੁੰਦੇ ਆ, ਪਰ ਧਰਮ ਦੀ ਦੁਨੀਆ 'ਚ ਸਹਿਜ ਅਵਸਥਾ ਚਾਹੇ ਭਗਤ ਜਨ ਨੇ, ਉਹਨਾਂ ਦੇ ਦੋ ਸ਼ਬਦ ਨੇ। ਇੱਕ ਪਰਮੇਸ਼ਰ ਵੱਲੋਂ ਉਹਨਾਂ ਨੇ ਆਖਿਆ ਚਿਰ ਭਇਓ ਦਰਸ਼ਨ ਦੇਖੇ, ਦਰਸ਼ਨ ਹੋਏ ਤੇ ਆਖਿਆ। ਸਾਹਿਬ ਜੀ ਕਹਿੰਦੇ ਇਸ ਵਾਸਤੇ ਸਹਿਜੇ ਅਦਿਸ਼ਟ ਪਛਾਣੀਏ, ਨਿਰਭਉ ਜੋਤ ਨਿਰੰਕਾਰ, ਉਹ ਨਿਰਭਉ ਉਹ ਜੋਤ ਜਿਹੜੀ ਅਲਾਹੀ ਆਕਾਰ ਤੋਂ ਰਹਿ ਤੇ ਤੂੰ ਉਹਨੂੰ ਵੀ ਪਛਾਣ ਲਏਗਾ। ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਣ ਹਾਰ, ਉਹ ਇੱਕ ਦਾਤਾ ਤੇਰੀ ਜੋਤ ਨੂੰ ਜਿਹੜੀ ਬਖਸ਼ੀ ਏ ਉਹਦੇ ਨਾਲ ਆਪਣੀ ਜੋਤ ਮਿਲਾ ਕੇ ਤੈਨੂੰ ਇੱਕ ਕਰ ਲਏਗਾ। ਇਸ ਵਾਸਤੇ ਪੂਰੇ ਸ਼ਬਦ ਸਲਾਹੀਏ ਜਿਸ ਦਾ ਅੰਤ ਨਾ ਪਾਰਾਵਾਰ, ਉਹ ਪੂਰੀ ਅਲਾਹੀ ਬਾਣੀ ਦੇ ਰਾਹੀਂ ਉਹਨੂੰ ਸਲਾਹ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰੇ ਵਪਾਰ, ਉਹ ਆਤਮਕ ਮੰਡਲ ਦੇ ਗਿਆਨੀ, ਉਹਨਾਂ ਧਨ ਨਾਮ ਹੈ। ਅਨੰਦਨ ਲਾਹਾ ਹਰ ਨਾਮ ਲੈਣ ਅਖੁੱਟ ਭਰੇ ਭੰਡਾਰ, ਉਹ ਦਿਨ ਰਾਤ ਉਹਦੇ ਅਲਾਹੀ ਭੰਡਾਰਾਂ ਚੋਂ ਨਾਮ ਦਾ ਲਾਹਾ ਲੈਂਦੇ ਨੇ। ਨਾਨਕ ਟੋਟ ਨਾ ਆਵੀ ਦੀਏ ਦੇਵਨਹਾਰ, ਕਹਿੰਦੇ ਉਹ ਖਜ਼ਾਨਾ ਉਹਨਾਂ ਨੂੰ ਬਖਸ਼ਿਆ, ਉਹਨਾਂ ਨੂੰ ਕਦੀ ਟੋਟ ਨਹੀਂ ਆ ਸਕਦੀ। ਜਿਨ੍ਹਾਂ ਨੂੰ ਕਦੀ ਟੋਟ ਨਹੀਂ ਆ ਸਕਦੀ ਉਹਨਾਂ ਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਸੰਖੇਪ ਦੇ ਵਿੱਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ। ਅਰਦਾਸ ਕਰਿਓ ਸਤਿਗੁਰੂ ਇਹ ਸੁਣਾਉਣ ਵਾਲੇ ਕੂਕਰ ਨੂੰ ਕਥਨੀ ਤੇ ਕਰਨੀ ਦਾ ਜੀਵਨ ਬਖਸ਼ਣ। ਹੋਈਆਂ ਭੁੱਲਾਂ ਦੀ ਮਾਫੀ ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।